ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਣੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ। ਜਿਨ੍ਹਾਂ ਵੀ ਕੈਂਡੀਡੇਟਸ ਨੇ PSSB ਦੀ ਭਰਤੀ ਦਾ ਵੇਟ ਕਰ ਰਹੇ ਸੀ ਉਹਨਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆਈ ਹੈ। ਠੀਕ ਆ ਜੀ। ਸੋ ਇੱਕ ਨੋਟੀਫਿਕੇਸ਼ਨ PSSB ਸਾਈਟ ਦੇ ਉੱਤੇ ਜਾਰੀ ਹੋਇਆ ਵਾ। ਹਾਲਾਂਕਿ ਇਹ ਪੂਰੀ ਤਰ੍ਹਾਂ ਨਹੀਂ ਆ, ਇਹਦੇ ਵਿੱਚ ਸਿਰਫ ਹਾਫ ਨੋਟੀਫਿਕੇਸ਼ਨ ਹੀ ਜਾਰੀ ਹੋਇਆ ਵਾ। ਇਸ ਟਾਈਮ ਦੇ ਉੱਤੇ ਫਾਈਲ ਕਰਪਟ ਸ਼ੋ ਹੋ ਰਹੀ ਆ। ਠੀਕ ਆ। ਸੋ ਅੱਧਾ ਜੋ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਆਪਾਂ ਤੁਹਾਨੂੰ ਦੱਸ ਦੇਵਾਂ ਕਿ ਇਹਦੇ ਵਿੱਚ ਕਿਹੜੀ ਕੁਆਲੀਫਿਕੇਸ਼ਨ ਮੈਂਸ਼ਨ ਆ। ਅਤੇ ਇਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਇਹਦੇ ਵਿੱਚ 1 ਸਾਲ ਦਾ ਡਿਪਲੋਮਾ ਚਾਹੀਦਾ, PGDCA ਚਾਹੀਦਾ ਕਿ BCA ਵਾਲੇ ਜਿਹੜੇ ਨੇ, ਠੀਕ ਆ ਜੀ, ਜਾਂ BTech ਵਾਲੇ ਉਹ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਸਾਰੇ ਡਾਊਟਸ ਜਿੰਨਾ ਕੁ ਵੀ ਆਪਾਂ ਨੂੰ ਇਸ ਨੋਟੀਫਿਕੇਸ਼ਨ ਤੋਂ ਪਤਾ ਲੱਗਿਆ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਆ ਜੀ। ਦੇਖੋ ਜੀ, ਹੁਣ ਅੱਜ ਇਹ ਆਇਆ ਵਾ। ਪਹਿਲੀ ਗੱਲ ਤਾਂ ਇਹ ਅੱਜ ਇਸ਼ਤਿਹਾਰ ਆਪਣਾ ਹੋਇਆ ਵਾ, ਰੈਡੀ ਹੋਇਆ ਵਾ। ਸੋ 15 ਮਈ ਨੂੰ ਆਇਆ ਵਾ। 27 ਜੂਨ ਤੱਕ ਇਹਦੀ ਆਖਰੀ ਤਰੀਕ ਆ ਅਤੇ 30 ਜੂਨ ਤੱਕ ਇਹਦੀ ਫੀਸ ਭਰਨ ਦੀ ਆਖਰੀ ਮਿਤੀ ਆ। ਮਤਲਬ ਅਜੇ ਆਪਣੇ ਕੋਲ 1 ਮਹੀਨੇ ਤੋਂ ਵੱਧ ਟਾਈਮ ਆ। ਸੋ ਤੁਸੀਂ ਜ਼ਿਆਦਾ ਜਲਦਬਾਜ਼ੀ ਨਹੀਂ ਕਰਨੀ ਗੀ, ਹੌਲੀ ਹੌਲੀ ਆਪਾਂ ਨੂੰ ਇਹਦੇ ਬਾਰੇ ਸਾਰਾ ਪਤਾ ਲੱਗ ਜਾਏਗਾ। ਹੁਣ ਦੇਖੋ ਜੀ, ਪਹਿਲੀ ਗੱਲ ਤਾਂ ਇਹ ਜੀ, ਹੁਣ ਅਧੀਨ ਸੇਵਾਵਾਂ ਬੋਰਡ ਦਾ ਜਿਹੜਾ ਆਪਾਂ ਵੀਡੀਓ ਦਾ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਜਿੱਦਾਂ ਕਿ ਗ੍ਰਾਮ ਸੇਵਕ ਦੇ ਅਸਾਮੀ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਆ। ਠੀਕ ਆ ਜੀ। 4 ਨੰਬਰ 2016 ਵਾ। ਠੀਕ ਆ। ਸੋ ਇਹਦੀਆਂ 792 ਪੋਸਟਾਂ ਨੇ ਟੋਟਲ। ਠੀਕ ਆ ਜੀ। ਹੁਣ ਅੱਗੇ ਜੀ, ਹੁਣ ਜੀ ਦਫ਼ਤਰ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਵਿੱਚ ਆ। ਇਹਨਾਂ ਨੇ ਕੀ ਲਿਖਿਆ ਜੀ ਇਹਦੇ ਵਿੱਚ? ਪਹਿਲਾਂ ਤਾਂ 10ਵੀਂ ਚਾਹੀਦੀ ਆ ਜੀ ਪੰਜਾਬੀ ਭਾਸ਼ਾ ਦੇ ਵਿੱਚ, +2 ਚਾਹੀਦੀ ਆ ਸੈਕਿੰਡ ਡਿਵੀਜ਼ਨ ਦੇ ਵਿੱਚ। ਹੁਣ ਸਭ ਤੋਂ ਜ਼ਿਆਦਾ ਸਵਾਲ ਇਹ ਆਏਗਾ ਕਿ ਸੈਕਿੰਡ ਡਿਵੀਜ਼ਨ ਦੇ ਵਿੱਚ +2 ਕਿੰਨੇ ਨੰਬਰਾਂ ਵਾਲਾ ਹੋਵੇਗਾ। ਠੀਕ ਆ ਜੀ। ਸੋ 50% ਤੋਂ ਲੈ ਕੇ 60% ਤੱਕ ਜਿਹੜੇ ਵੀ ਕੈਂਡੀਡੇਟਸ ਨੇ ਦੇ 12ਵੀਂ ਦੇ ਵਿੱਚੋਂ ਨੰਬਰ ਬਣ ਰਹੇ ਨੇ, ਜਾਂ 60 ਤੋਂ ਜ਼ਿਆਦਾ ਵੀ ਬਣ ਰਹੇ ਨੇ। ਠੀਕ ਆ। ਸੋ ਸਾਰੇ ਆਪਣੇ +2 ਕੈਂਡੀਡੇਟ ਜਿਹੜੇ ਉਹ ਐਲੀਜੀਬਲ ਹੋਣਗੇ, ਉਹਨਾਂ ਦੀ ਸੈਕਿੰਡ ਡਿਵੀਜ਼ਨ ਬਣਦੀ ਆ। ਜਿਹੜੇ 60% ਤੋਂ ਵੱਧ ਵਾਲੇ ਹੁੰਦੇ ਨੇ ਉਹ ਫਸਟ ਡਿਵੀਜ਼ਨ ਦੇ ਵਿੱਚ ਕਾਊਂਟ ਹੁੰਦੇ ਨੇ। ਸੋ ਤੁਸੀਂ ਜਿਨ੍ਹਾਂ ਦੇ ਵੀ 50% ਜਾਂ 50% ਤੋਂ ਜ਼ਿਆਦਾ ਬਣ ਰਹੇ ਨੇ ਉਹ ਸਾਰੇ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਨੇ। ਹੁਣ ਦੂਸਰੀ ਆ ਗਈ, ਇਹਦੇ ਵਿੱਚੋਂ ਬਹੁਤ ਜ਼ਿਆਦਾ ਡਾਊਟ ਆ ਰਹੇ ਆ। ਠੀਕ ਆ ਜੀ। ਸੋ ਇਹ ਆਪਾਂ ਨੂੰ ਜਿੰਨਾ ਕੁ ਮੈਨੂੰ ਪਤਾ ਵਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਬਾਕੀ ਜੋ ਵੀ ਹੋਏਗਾ ਆਪਾਂ ਬੋਰਡ ਤੋਂ ਕਨਫਰਮ ਕਰਕੇ ਆਪਾਂ ਤੁਹਾਨੂੰ ਦੱਸ ਦੇਵਾਂਗੇ। ਦੇਖੋ ਜੀ, ਹੁਣ ਗ੍ਰੈਜੂਏਸ਼ਨ ਮੰਗੀ ਹੈ ਇਹਨਾਂ ਨੇ, ਕਿਸੇ ਵੀ ਉਹਦੇ ਵਿੱਚ ਹੋਣੀ ਚਾਹੀਦੀ ਹੈ, ਰਿਕੋਗਨਾਈਜ਼ ਯੂਨੀਵਰਸਿਟੀ ਦੇ ਵਿੱਚ ਹੋਣੀ ਚਾਹੀਦੀ ਹੈ। ਚਾਹੇ ਤੁਹਾਡੀ BA ਆ, ਚਾਹੇ ਤੁਹਾਡੀ BCom ਆ, ਚਾਹੇ ਤੁਹਾਡੀ BCA ਆ, ਚਾਹੇ ਤੁਹਾਡੀ BSc IT ਆ, BTech ਆ, ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ 3 ਸਾਲ ਦੀ। ਠੀਕ ਆ ਜੀ। ਇੱਕ ਇਹ ਨਾਲ ਇਹਨਾਂ ਨੇ ਲਿਖਿਆ ਵਾ ਜੀ ਇੱਕ ਕਿ 1 ਸਾਲ ਦਾ ਜਿਹੜਾ ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ ਫਰੋਮ ਦਾ ਰਿਕੋਗਨਾਈਜੇਸ਼ਨ ਯੂਨੀਵਰਸਿਟੀ, ਠੀਕ ਆ ਜੀ, ਇੰਸਟੀਟਿਊਟ। ਪ੍ਰੈਫਰੈਂਸ ਸ਼ੈਲ ਬੀ ਗਿਵਨ ਟੂ ਦਾ ਕੈਂਡੀਡੇਟ। ਜਿਹੜੇ ਕੈਂਡੀਡੇਟਸ BCom ਡਿਗਰੀ ਕੀਤੀ ਹੋਈ ਆ ਜਾਂ BCom ਤੋਂ ਉੱਪਰ, ਜੋ ਜਿੱਦਾਂ ਕਿ MCom ਹੋ ਗਈ, ਠੀਕ ਆ, ਉਹਨਾਂ ਨੂੰ 5 ਨੰਬਰ ਐਕਸਟਰਾ ਦਿੱਤੇ ਜਾਣਗੇ। ਸੋ ਇਹ ਧਿਆਨ ਦੇਣਾ ਵਾ ਤੁਸੀਂ, ਇਹਦੇ ਵਿੱਚ ਉਸਨੂੰ 5 ਨੰਬਰ ਐਕਸਟਰਾ ਮਿਲਣਗੇ। ਠੀਕ ਆ ਜੀ। ਹੁਣ ਦੇਖੋ ਜੀ, ਹੁਣ ਇੱਕ ਚੀਜ਼ ਇਹਨਾਂ ਨੇ ਲਿਖੀ ਆ ਜੀ, ਕਹਿੰਦੇ ਜੀ ਇਹਦੇ ਵਿੱਚ ਇਹ ਕਹਿੰਦੇ ਜੀ ਜਿਹੜਾ ਕੰਪਿਊਟਰ ਦੀ ਜਿਹੜੀ ਯੋਗਤਾ ਵਾ ਇਹਦੀ ਰਿਟ ਨੰਬਰ 26260, ਜਿਹੜੀ ਕਿ 2016 ਦੇ ਵਿੱਚ ਨਾ ਪੰਚਾਇਤੀ ਵਿਭਾਗ ਦੇ ਜਿਹੜੇ ਪੰਚਾਇਤ ਸੈਕਟਰੀ ਦੀ ਪੋਸਟ ਨਿਕਲੀ ਸੀ, ਉਸ ਟਾਈਮ ਦੇ ਉੱਤੇ ਰਿਟ ਲੱਗੀ ਸੀ। ਉਹਦੇ ਉੱਤੇ ਉਹਦੇ ਅਨੁਸਾਰ ਕੰਪਿਊਟਰ ਦੀ ਜਿਹੜੀ ਯੋਗਤਾ ਵਾ ਉਹ ਨਿਰਧਾਰਿਤ ਕੀਤੀ ਜਾਊਗੀ। ਠੀਕ ਆ। ਹੁਣ ਦੇਖੋ ਜੀ, ਸਭ ਤੋਂ ਜ਼ਿਆਦਾ ਡਾਊਟ ਆ ਰਿਹਾ ਕਿ 1 ਸਾਲ ਦਾ ਜਿਹੜਾ ਕੰਪਿਊਟਰ ਡਿਪਲੋਮਾ ਵਾ ਇਹ ਚੀਜ਼ ਕੀ ਹੁੰਦੀ ਆ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ 1 ਸਾਲ ਦਾ ਜਿਹੜਾ ਕੰਪਿਊਟਰ ਡਿਪਲੋਮਾ ਵਾ ਉਹਨੂੰ ਆਪਾਂ DCA ਕਹਿ ਦਿੰਦੇ ਆ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ। ਠੀਕ ਆ ਜੀ। ਇੱਕ ਹੁੰਦਾ, ਹੁਣ ਡਾਊਟ ਹੋ ਰਿਹਾ ਵਾ ਕਿ PGDCA ਵਾਲੇ ਤੇ DCA ਦੇ ਵਿੱਚ ਕੀ ਫਰਕ ਆ। ਦੇਖੋ ਜੀ, PGDCA ਆ ਜਿਹੜਾ PGDCA ਹੁੰਦਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ। DCA ਜਿਹੜਾ ਕਰਦੇ ਨੇ ਉਹ ਕੈਂਡੀਡੇਟ +2 ਤੋਂ ਬਾਅਦ ਕਰਦੇ ਹੁੰਦੇ ਨੇ। ਠੀਕ ਆ ਜੀ। +2 ਤੋਂ ਬਾਅਦ DCA ਕਰਦੇ ਨੇ, ਜਾਂ ਕੈਂਡੀਡੇਟ ਕਰਦੇ ਹੁੰਦੇ ਨੇ BCA BSc IT ਜਾਂ BA, ਜਿਹੜੀ ਵੀ ਤੁਸੀਂ ਉਹ ਚੂਜ਼ ਕਰੋਗੇ। ਠੀਕ ਆ। ਹੁਣ ਦੇਖੋ ਜੀ, ਮੇਰੇ ਅਕੋਰਡਿੰਗ ਅਗਰ ਤੁਹਾਡੀ DCA ਕੀਤੀ ਹੋਈ, DCA ਨਹੀਂ ਕੀਤੀ ਹੋਈ, ਤੁਸੀਂ +2 ਕੀਤੀ, +2 ਤੋਂ ਬਾਅਦ ਤੁਸੀਂ ਇੱਕ ਸਾਲ ਦਾ ਜਾਂ ਤਾਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਤੁਹਾਡਾ। ਠੀਕ ਆ ਜੀ। ਇੱਕ ਰਿਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਕੀਤਾ ਹੋਣਾ ਚਾਹੀਦਾ ਵਾ। ਅਗਰ ਤੁਹਾਡਾ ਉਹ ਨਹੀਂ ਕੀਤਾ, ਅਗਰ ਤੁਹਾਡੀ 3 ਸਾਲ ਦੀ ਡਿਗਰੀ ਵੀ ਕੀਤੀ ਹੋਈ ਆ ਕੰਪਿਊਟਰ ਫੀਲਡ ਦੇ ਵਿੱਚ, ਤਾਂ ਵੀ ਤੁਸੀਂ ਐਲੀਜੀਬਲ ਹੋਣੇ ਚਾਹੀਦੇ ਹੋ। ਕਿਉਂਕਿ ਅਜੇ ਤੱਕ ਕੋਆਪਰੇਟਿਵ ਬੈਂਕ ਦਾ ਵੀ ਪੇਪਰ ਹੋਇਆ ਸੀ ਜਾਂ ਦੂਸਰੇ ਵੀ ਹੋਏ ਸੀ ਐਗਜ਼ਾਮ, ਉਹਦੇ ਵਿੱਚ 120 ਘੰਟੇ ਦਾ ਜਾਂ O ਲੈਵਲ ਮੰਗਦੇ ਸੀ, ਜਾਂ 6 ਮਹੀਨੇ ਦਾ ਡਿਪਲੋਮਾ ਸਰਟੀਫਿਕੇਟ ਵੀ ਮੰਗਿਆ ਹੋਇਆ ਸੀ ਕੋਆਪਰੇਟਿਵ ਬੈਂਕ ਨੇ। ਬਟ ਉਹਨਾਂ ਨੇ ਵੀ ਬਾਅਦ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਕਿ ਜਿਨ੍ਹਾਂ ਦੀ ਵੀ ਗ੍ਰੈਜੂਏਸ਼ਨ ਕੰਪਿਊਟਰ ਫੀਲਡ ਦੇ ਵਿੱਚ ਕੀਤੀ ਹੋਈ ਆ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਸੋ ਕਿਉਂਕਿ 1 ਸਾਲ ਦਾ ਜਿਹੜਾ DCA ਹੁੰਦਾ ਵਾ ਨਾ, ਜਿਹੜਾ DCA ਹੁੰਦਾ 1 ਸਾਲ ਦਾ, ਉਹ 3 ਸਾਲ ਦੀ BCA BSc IT ਜਾਂ ਕੰਪਿਊਟਰ ਦਾ ਜਿਹੜੀ ਵੀ ਡਿਗਰੀ ਕੀਤੀ ਹੁੰਦੀ ਆ ਉਸ ਤੋਂ ਨੀਚੇ ਹੁੰਦਾ, ਕਿਉਂਕਿ ਇਹ ਸ਼ੁਰੂਆਤੀ ਪੜਾਅ ਹੁੰਦਾ ਪਹਿਲੇ ਸਾਲ ਦਾ। ਠੀਕ ਆ। ਸੋ ਇੱਕ ਇਹ ਸਿਰਫ ਬੇਸਿਕ ਕੰਪਿਊਟਰ ਨੌਲੇਜ ਹੁੰਦੀ ਆ। ਹੁਣ ਦੇਖੋ ਜੀ, ਇਹਦੇ ਵਿੱਚ ਮੇਨ ਦਿੱਕਤ ਕੀ ਆ ਰਹੀ ਆ, ਕੀ ਕਾਰਨ ਆ ਕਿ ਸਰਕਾਰ ਨੇ ਇਸ ਵਾਰ ਜਿਹੜਾ ISO ਸਰਟੀਫਿਕੇਟ ਆ ਇਹਨਾਂ ਨੇ ਵੈਲਿਡ ਨਹੀਂ ਮੰਨਿਆ। ਠੀਕ ਆ। ISO 9001 ਸਰਟੀਫਿਕੇਟ ਜਿਹੜਾ ਵਾ
ਆਪਾਂ ਨੂੰ ਕੰਪਿਊਟਰ ਇੰਸਟੀਟਿਊਟ ਤੋਂ ਵੈਸੇ ਵੀ ਬਣ ਜਾਂਦਾ ਵਾ, ਉਹ ਵੈਲਿਡ ਨਹੀਂ ਮੰਨਿਆ ਹੋਇਆ। ਠੀਕ ਆ, ਜਿਹਨੇ ਕੀਤਾ ਵਾ ਉਹ ਵੀ ਨਹੀਂ ਵੈਲਿਡ ਮੰਨਿਆ ਗਿਆ ਉਹਨਾਂ ਨੇ। ਹੁਣ ਇਹਦਾ ਕਾਰਨ ਕੀ ਹੈ ਜੀ, ਤੁਹਾਨੂੰ ਮੈਂ ਇੱਕ ਹੋਰ ਨੋਟੀਫਿਕੇਸ਼ਨ ਦਿਖਾਉਣਾ ਜਿਹੜਾ ਕਿ PSSB ਨੇ ਹੀ ਅਪਡੇਟ ਕੀਤਾ ਸੀ। ਇਹਦੇ ਵਿੱਚ ਦੇਖੋ ਜੀ, ਆਹ ਦੇਖੋ ਜੀ, ਹੁਣ ਉਹ ਕਹਿੰਦੇ ਜੀ ਇੱਕ ਪੱਤਰ ਆਇਆ ਸੀਗਾ ਆਹ ਨੋਟੀਫਿਕੇਸ਼ਨ, ਜਿਹੜਾ ਕਿ ਨੋਟੀਫਿਕੇਸ਼ਨ ਦੀ ਮਿਤੀ 1 ਸਤੰਬਰ ਨੂੰ ਇਹਨਾਂ ਕੋਲ ਚਲਿਆ ਗਿਆ ਸੀ। ਵੀਡੀਓ ਦੀ ਸਮੇਂ ਲਈ 1 ਸਾਲ ਦਾ ਕੰਪਿਊਟਰ ਐਪਲੀਕੇਸ਼ਨ ਦੇ ਡਿਪਲੋਮਾ ਦੀ ਮੰਗ ਕੀਤੀ ਗਈ ਹੈ। ਉਹ ਕਹਿੰਦੇ ਜੀ ਕੀ ਇਹ ਵਿਦਿਅਕ ਯੋਗਤਾ ਮੁਤਾਬਕ ISO ਸਰਟੀਫਿਕੇਟ ਜਾਂ ਇੰਸਟੀਟਿਊਸ਼ਨ ਵੱਲੋਂ ਜਾਰੀ ਜਿਹੜਾ 1 ਸਾਲ ਦਾ ਕੰਪਿਊਟਰ O ਲੈਵਲ ਦਾ ਸਰਟੀਫਿਕੇਟ ਹੁੰਦਾ ਉਹਦੇ ਵੈਲਿਡ ਹੈਗਾ ਜਾਂ ਨਹੀਂ। ਦੇਖੋ ਜੀ, ਕਹਿੰਦਾ ਜੀ ਪੰਚਾਇਤ ਸਕੱਤਰ ਵਿਭਾਗ ਵੱਲੋਂ ਕਹਿੰਦੇ ਜੀ ਸਾਲ 2016 ਜਿਹੜੀ ਮੰਗ ਕੀਤੀ ਗਈ ਸੀ ਉਹਦੇ ਤੇ ਨਾ ਰਿਟ ਪਟੀਸ਼ਨ ਲੱਗੀ ਸੀ, ਰਿਟ ਲੱਗੀ ਸੀਗੀ ਕੋਰਟ ਦੇ ਵਿੱਚ ਕਿ ਜਿਹੜੇ ISO ਸਰਟੀਫਿਕੇਟ ਇੰਸਟੀਟਿਊਟ ਨੇ 1 ਸਾਲ ਦਾ O ਲੈਵਲ ਦਾ ਕੰਪਿਊਟਰ ਡਿਪਲੋਮਾ ਸਰਟੀਫਿਕੇਟ ਜਾਰੀ ਨਹੀਂ ਮੰਨਿਆਗਾ। ਠੀਕ ਆ ਜੀ, ਸੋ ਉਸ ਦੇ ਮੁਤਾਬਕ ਕੋਰਟ ਨੇ ਇਹ ਕੇਸ ਡਿਸਮਿਸ ਕੀਤਾ ਸੀ। ਡਿਸਮਿਸ ਦਾ ਮਤਲਬ ਕਿ ਜਿਨ੍ਹਾਂ ਨੇ ਵੀ O ਲੈਵਲ ਦਾ ਸਰਟੀਫਿਕੇਟ ਕਿਸੇ ਮੰਨ ਲਓ ਕਿਸੇ ਵੀ ਇੰਸਟੀਟਿਊਟ ਤੋਂ ਜਾਂ ਆਰਗੇਨਾਈਜੇਸ਼ਨ ਤੋਂ ਬਣਾਇਆ ਹੋਇਆ, ਕੰਪਿਊਟਰ ਸੈਂਟਰ ਤੋਂ ਬਣਾਇਆ ਹੋਇਆ, ਉਸ ਨੂੰ ਵੈਲਿਡ ਨਹੀਂ ਮੰਨਿਆ ਸੀ। ਆਹ ਦੇਖੋ ਸਾਫ਼-ਸਾਫ਼ ਲਿਖਿਆ ਹੋਇਆ ਕਿ ਵੈਲਿਡ ਨਹੀਂ ਮੰਨਿਆ ਗਿਆ। ਇਸ ਦੇ ਮੁਤਾਬਕ ਨਿੱਜੀ ਪੱਧਰ ਤੇ ਪੰਚਾਇਤ ਸਕੱਤਰ ਸ਼ਾਖਾ ਵਿੱਚ ਜਾ ਕੇ ਪਤਾ ਵੀ ਕੀਤਾ ਗਿਆ ਹੈ। ਇਸ ਦੌਰਾਨ ਉਕਤ ਇਹੀ ਜਵਾਬ ਮਿਲਿਆ ਕਿ ਮਾਨਯੋਗ ਕੋਰਟ ਨੇ ਜਿਹੜਾ ਕਿ ਹੁਕਮਾਂ ਦੀ ਕਾਪੀ ਦਿੱਤੀ ਸੀ ਸਿਰਫ ਉਹਨੂੰ ਹੀ ਤੁਸੀਂ ਫੋਲੋ ਕਰੋ। ਸੋ ਇਹਦਾ ਮਤਲਬ ਇਹੀ ਆ ਗਿਆ ਕਿ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ। ਹੁਣ ਮੈਂ ਤੁਹਾਨੂੰ ਵਾਪਸ ਉਹਦੇ ਵਿੱਚ ਆਪਣੇ ਨੋਟੀਫਿਕੇਸ਼ਨ ਦੇ ਉੱਤੇ ਲੈ ਜਾਣਾ ਕਿ ਜਿਹੜਾ 1 ਸਾਲ ਦਾ ਡਿਪਲੋਮਾ ਵਾ ਨਾ, ਅਗਰ ਤੁਸੀਂ ਪਹਿਲੀ ਗੱਲ ਤਾਂ ਜਿਹੜਾ 120 ਘੰਟੇ ਦਾ ਜਿਹੜਾ ਕੋਰਸ ਕੀਤਾ ਹੁੰਦਾ, ਠੀਕ ਆ, ਜਾਂ 6 ਮਹੀਨੇ ਦਾ ਵੀ ਕੀਤਾ ਹੋਇਆ ਵਾ, ਉਹ ਵੈਲਿਡ ਨਹੀਂ ਹੋਣਗੇ। ਇਹ ਤਾਂ ਸਿੱਧਾ ਕਨਫਰਮ ਆ ਕਿ ਉਹ ਵੈਲਿਡ ਨਹੀਂ ਹੋਣਗੇ। ਹੁਣ ਦੂਜਾ ਸਵਾਲ ਤੁਹਾਡਾ ਹੋਊਗਾ, ਕਿਉਂਕਿ ਇੱਕ ਹੁੰਦਾ ਨਾ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਆਪਾਂ ਕੋਈ ਵੀ ਡਿਗਰੀ ਜਾਂ ਡਿਪਲੋਮਾ ਕਰਦੇ ਹਾਂ। ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਹੋ ਗਿਆ ਕਿ ਜਿੱਦਾਂ ਆਪਾਂ PU ਤੋਂ ਕੀਤਾ, ਠੀਕ ਹੈ ਜੀ, PU ਤੋਂ ਕੀਤਾ, ਜਾਂ ਆਪਾਂ ਮੰਨ ਲਓ ਆਪਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤਾ, ਠੀਕ ਹੈ, ਜਾਂ ਜਿਵੇਂ ਮੰਨ ਲਓ ਆਪਣਾ LPU ਤੋਂ ਕੀਤਾ ਹੋਇਆ ਵਾ। ਠੀਕ ਹੈ, ਸੋ ਜਿਹੜੀ ਯੂਨੀਵਰਸਿਟੀ ਤੋਂ ਰਿਕੋਗਨਾਈਜੇਸ਼ਨ ਯੂਨੀਵਰਸਿਟੀ ਤੋਂ ਤੁਸੀਂ ਕੀਤਾ ਹੋਏਗਾ ਉਹ ਤੁਹਾਡਾ ਵੈਲਿਡ ਹੋਏਗਾ 1 ਸਾਲ ਦਾ। ਬਟ ਜਿਹੜਾ ISO ਕਿਸੇ ਵੀ ਇੰਸਟੀਟਿਊਟ ਤੋਂ ਤੁਸੀਂ ਕੀਤਾ ਹੋਇਆ ਵਾ 1 ਸਾਲ ਦਾ ਡਿਪਲੋਮਾ ਸਰਟੀਫਿਕੇਟ, ਉਹ ਵੈਲਿਡ ਨਹੀਂ ਹੋਏਗਾ। ਸੋ ਡਿਗਰੀ ਵਾਲੀ ਆ ਜਿਹੜੀ, ਉਹ ਮੈਂ ਤੁਹਾਨੂੰ ਕਨਫਰਮ ਕਰਕੇ ਦੱਸ ਦਾਂਗਾ, ਕਿਉਂਕਿ ਇਹ ਆਪਾਂ ਨੂੰ ਬੋਰਡ ਤੋਂ ਹੀ ਪੁੱਛਣਾ ਪਏਗਾ। ਬੋਰਡ ਹੀ ਆਪਾਂ ਨੂੰ ਕਲੀਅਰ ਕਰ ਸਕਦਾ ਵਾ ਕਿ ਜਿਹੜੇ ਜਿਨ੍ਹਾਂ ਦੀ ਕੰਪਿਊਟਰ ਫੀਲਡ ਦੇ ਵਿੱਚ ਡਿਗਰੀ ਆ ਉਹਨਾਂ ਨੂੰ ਮੇਰੇ ਅਕੋਰਡਿੰਗ ਜ਼ਰੂਰਤ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਨਾਂ ਨੇ PGDCA ਨਹੀਂ ਮੈਂਸ਼ਨ ਕੀਤਾ। ਜੇਕਰ ਇਹ PGDCA ਮੈਂਸ਼ਨ ਕਰਦੇ, ਕਿਉਂਕਿ ਜਿਹੜਾ PGDCA ਹੁੰਦਾ ਨਾ, PGDCA ਆਮ ਤੌਰ 'ਤੇ ਜਿਹੜੇ ਕੈਂਡੀਡੇਟ ਕਰਦੇ ਨੇ ਉਹ ਜਿੱਦਾਂ ਕਿ ਮੰਨ ਲਓ BCom ਕੀਤੀ ਹੋਈ ਆ ਜਿਹਦੀ, ਜਿੱਦਾਂ ਕਿ ਇਹਨਾਂ ਨੇ BCom ਵਾਲੇ ਕੈਂਡੀਡੇਟ ਮੰਗੇ ਨੇ, BCom ਵਾਲੇ ਨੂੰ PGDCA ਦੀ ਜ਼ਰੂਰਤ ਹੋਏਗੀ ਕਿਉਂਕਿ ਉਹਨੇ ਪਹਿਲਾਂ ਡਿਪਲੋਮਾ ਨਹੀਂ ਕੀਤਾ ਹੋਏਗਾ। ਸੋ ਡਿਪਲੋਮਾ ਵੀ ਉਹਨਾਂ ਦਾ ਵੈਲਿਡ ਹੋਏਗਾ ਅਗਰ ਉਹਨਾਂ ਨੇ ਡਿਪਲੋਮਾ ਕਿਸੇ ਰਿਕੋਗਨਾਈਜੇਸ਼ਨ ਯੂਨੀਵਰਸਿਟੀ ਤੋਂ ਕੀਤਾ ਹੋਏਗਾ। ਸੋ ਤੁਸੀਂ ਹੁਣ ਸਿੱਧੀ ਗੱਲ ਇਹੀ ਆ ਕਿ ਅਗਰ ਤੁਹਾਡਾ ਇਸ ਟਾਈਮ ਦੇ ਉੱਤੇ BSc, ਸੋ ਫਿਲਹਾਲ ਤੁਸੀਂ ਫਾਰਮ ਅਜੇ ਕੁਛ ਦਿਨ ਨਾ ਭਰਿਓ, ਇਹ ਕਲੈਰੀਫਾਈ ਕਰ ਲਿਓ ਕਿ ਹਾਂ ਇਹ ਵੈਲਿਡ ਹੈਗਾ ਕਿ ਨਹੀਂ ਹੈਗਾ। ਬਾਕੀ ਜਿਨ੍ਹਾਂ ਦੇ ਵੀ ਮਤਲਬ 1 ਸਾਲ ਦਾ ਡਿਪਲੋਮਾ ਕਿਸੇ ਰਿਕੋਗਨਾਈਜੇਸ਼ਨ ਯੂਨੀਵਰਸਿਟੀ ਤੋਂ ਕੀਤਾ ਹੋਇਆ ਉਹ ਫਾਰਮ ਭਰ ਸਕਦਾ ਵਾ। ਸੋ ਜ਼ਰੂਰੀ ਨਹੀਂ BCom ਨੂੰ ਸਿਰਫ 5 ਨੰਬਰ ਦਿੱਤੇ ਜਾਣਗੇ, ਇੱਦਾਂ ਨਹੀਂ ਕਿ ਜਿਹੜੇ ਦੂਸਰੇ BA ਵਾਲੇ ਹੋ ਗਏ ਜਾਂ BCA ਵਾਲੇ ਹੋ ਗਏ ਉਹ ਫਾਰਮ ਨਹੀਂ ਭਰ ਸਕਦੇ। ਫਾਰਮ ਸਾਰੇ ਭਰ ਸਕਦੇ ਆ, ਕਿਉਂਕਿ BCom ਜਿਨ੍ਹਾਂ ਦੀ ਕੀਤੀ ਹੁੰਦੀ ਆ ਉਹਨਾਂ ਨੇ ਇਹ ਮੰਨਿਆ ਹੈਗਾ ਕਿ ਜਿਹੜੇ BCom ਵਾਲੇ ਨੂੰ 5 ਨੰਬਰ ਐਕਸਟਰਾ ਦਿੱਤੇ ਜਾਣਗੇ, ਬਸ ਹੋਰ ਕੋਈ ਗੱਲ ਨਹੀਂ ਗੀ। ਜਿਹੜੀ ਮੈਰਿਟ ਬਣੇਗੀ ਫਾਈਨਲ ਉਹਦੇ ਵਿੱਚ 5 ਨੰਬਰ ਉਹਨਾਂ ਦੇ ਐਕਸਟਰਾ ਵੱਧ ਕੇ ਜਾਣਗੇ। ਸੋ ਇਹਦੇ ਵਿੱਚ ਤੁਸੀਂ ਜ਼ਿਆਦਾ ਉਹ ਨਹੀਂ ਹੋਣਾਗਾ, ਹਾਈਪਰ ਨਹੀਂ ਹੋਣਾ। ਆਪਾਂ ਨੂੰ ਆਪਣੇ ਕੋਲ ਬਹੁਤ ਦਿਨ ਨੇ, ਆਪਾਂ ਕੋਈ ਨਹੀਂ ਪਤਾ ਕਰਕੇ, ਜਾਂ ਕੀ ਪਤਾ ਇਹਦਾ ਜੋ ਡਿਟੇਲ ਨੋਟੀਫਿਕੇਸ਼ਨ ਆ ਜਾਏਗਾ ਆਪਾਂ ਨੂੰ ਉਹਦੇ ਵਿੱਚ ਹੀ ਪਤਾ ਲੱਗ ਜਾਏ ਕਿ ਉਹਦੇ ਵਿੱਚ ਕੀ ਫਰਕ ਆਇਆ ਵਾ। ਸੋ ਮੇਰੇ ਅਕੋਰਡਿੰਗ ਜਿੱਥੋਂ ਤੱਕ ਮੈਨੂੰ ਪਤਾ ਵਾ, ਇਹਦੇ ਵਿੱਚ ਜੋ BCA ਕੰਪਿਊਟਰ ਦੇ ਵਿੱਚ ਡਿਗਰੀ ਕੀਤੀ ਹੋਈ ਆ, BSc IT ਕੀਤੀ ਹੋਈ ਆ, BE ਕੀਤੀ ਹੋਈ ਆ, ਸੋ ਜਿਨ੍ਹਾਂ ਨੇ ਕੰਪਿਊਟਰ ਦੇ ਵਿੱਚ ਡਿਗਰੀ ਕੀਤੀ ਹੋਈ ਆ ਉਸ ਨੂੰ ਜ਼ਰੂਰਤ ਨਹੀਂ ਪਏਗੀ। ਸੋ ਜਿਨ੍ਹਾਂ ਦੀ ISO ਤੋਂ ਕੀਤਾ ਹੋਇਆ ਉਹ ਤਾਂ ਉਹਨਾਂ ਨੇ ਸਾਫ਼-ਸਾਫ਼ ਦਿੱਤਾ ਹੋਇਆ ਕਿ ISO ਤੋਂ ਜਿਨ੍ਹਾਂ ਨੇ ਕੀਤਾ ਹੋਇਆ ਵਾ ਉਹ ਵੈਲਿਡ ਨਹੀਂ ਹੋਏਗਾ, ਉਹ ਕੋਰਟ ਨੇ ਡਿਸਮਿਸ ਕੀਤੀ ਸੀਗੀ। ਠੀਕ ਹੈ ਜੀ, ਸੋ ਹੁਣ ਤੁਹਾਨੂੰ ਇਸ ਬਾਰੇ ਪੂਰੀ ਕਲੈਰਿਟੀ ਆ ਜਾਏਗੀ। ਬਾਕੀ ਮੈਂ ਰਿਟ ਵੀ ਚੈੱਕ ਕਰ ਲਾਂਗਾ ਇਹਦੀ ਹਾਈ ਕੋਰਟ ਦੀ, ਠੀਕ ਆ, ਓਪਨ ਕਰਕੇ ਕਿ ਉਸ ਦੇ ਵਿੱਚ ਕੀ ਮੈਂਸ਼ਨ ਹੈ ਉਹਦੇ ਵਿੱਚ, ਕਿਉਂਕਿ ਉਹਦੇ ਵਿੱਚ ਇਹ ਚੀਜ਼ ਤਾਂ ਉਹਨਾਂ ਨੇ ਉਹਦੇ ਵਿੱਚ ਕਰ ਰਹੀ ਦਿੱਤੀ ਹੈ ਕਿ 9001 ਜਿਹੜਾ ISO ਤੋਂ ਜੋ ਆਪਣਾ ਸਰਟੀਫਿਕੇਟ ਵੈਲਿਡ ਹੁੰਦਾ ਵਾ ਇੰਸਟੀਟਿਊਟ ਤੋਂ, ਉਹ ਵੈਲਿਡ ਨਹੀਂਗਾ, ਉਹ ਤਾਂ ਉਹਨਾਂ ਨੇ ਸਾਫ਼-ਸਾਫ਼ ਹੀ ਲਿਖਤਾ ਹੋਇਆ। ਸੋ ਬਾਕੀ ਆਪਾਂ ਦੇਖ ਲਾਂਗੇ ਰਿਟ ਦੇ ਵਿੱਚ ਕਿ ਹੋਰ ਕੀ ਲਿਖਿਆ ਹੋਇਆ ਵਾ। ਉਹਦੇ ਵਿੱਚ ਕੋਈ ਆਪਣੇ ਕੰਮ ਦੀ ਗੱਲ ਲਿਖੀ ਹੋਈ ਆ BCA ਜਾਂ BSc IT ਵਾਲਿਆਂ ਨੂੰ ਉਹਦੇ ਬਾਰੇ ਕੋਈ ਮੈਂਸ਼ਨ ਹੈਗਾ ਉਸ ਚੀਜ਼ ਬਾਰੇ ਕਿ ਨਹੀਂ, ਉਹ ਆਪਾਂ ਚੈੱਕ ਕਰ ਲਵਾਂਗੇ। ਹੁਣ ਦੇਖੋ ਜੀ, ਨੈਕਸਟ ਆਪਣਾ ਆ ਗਿਆ ਹੁਣ ਜਿਹੜਾ ਅੱਗੇ ਮੈਂ ਤੁਹਾਨੂੰ ਜੋ ਕਿ ਦੱਸਾਂਗਾ ਕਿ ਇਹਦੀਆਂ ਜਿਹੜੀਆਂ ਵੈਕੈਂਸੀਜ਼ ਨੇ ਜਰਨਲ ਦੀਆਂ 282 ਵੈਕੈਂਸੀਜ਼ ਨੇ। ਠੀਕ ਆ, 282 ਦੇ ਵਿੱਚੋਂ ਇਹਨਾਂ ਨੇ ਕਿਹਾ ਆਊਟ ਆਫ ਟੋਟਲ ਨੰਬਰ ਆਫ ਵੈਕੈਂਸੀਜ਼ 282 ਤੋਂ 93 ਵੈਕੈਂਸੀਜ਼ ਵੂਮੈਨ ਲਈ ਰਿਜ਼ਰਵ ਆ। EWS ਦੀਆਂ 79 ਵੈਕੈਂਸੀਜ਼ ਨੇ, ਜਿਹੜੀਆਂ 27 ਹੈਗੀਆਂ ਆਪਣੀਆਂ ਵੂਮੈਨਸ ਲਈ, 79 ਹੈਗੀਆਂ ਨੇ SC ਕਾਸਟ ਲਈ, MB ਲਈ, ਸੋ 27 ਵੂਮੈਨਸ ਲਈ, SC RO ਲਈ 79 ਆ, 27 ਆਪਣੀਆਂ ਵੂਮੈਨਸ ਲਈ ਆ।
BC ਕੈਟਾਗਰੀ ਦੀਆਂ 92 ਪੋਸਟਾਂ, 30 ਪੋਸਟਾਂ ਹੈਗੀਆਂ ਨੇ ਆਪਣੀਆਂ ਵੂਮੈਨਸ ਲਈ। ਸੋ ਐਕਸ ਸਰਵਿਸਮੈਨ ਜਰਨਲ ਦੀਆਂ 56 ਨੇ ਤੇ 18 ਹੈਗੀਆਂ ਨੇ ਵੂਮੈਨਸ ਲਈ। ਸੋ ਬਾਕੀ ਸਾਰੀਆਂ ਵੀ ਕੈਂਡੀਡੇਟ ਦੇ ਤੁਸੀਂ ਦੇਖ ਸਕਦੇ ਹੋ, ਇਹ ਨੋਟੀਫਿਕੇਸ਼ਨ ਆਪਾਂ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕਰ ਦਾਂਗੇ। ਸੋ ਤੁਸੀਂ PSSB ਦੀ ਸਾਈਟ ਦੇ ਉੱਤੇ ਵੀ ਇਹਨੂੰ ਡਾਊਨਲੋਡ ਕਰ ਸਕਦੇ ਹੋ। ਸੋ ਇਹਨਾਂ ਨੇ ਆਹ ਕੈਟਾਗਰੀ ਕੋਡ ਦਿੱਤੇ ਹੋਇਆ। ਸੋ ਅਜੇ ਤੁਸੀਂ 1-2 ਦਿਨ 3 ਦਿਨ 2-3 ਦਿਨ ਵੇਟ ਕਰੋ, ਕੋਈ ਗੱਲ ਨਹੀਂ, 4-5 ਦਿਨ 6 ਦਿਨ ਵੀ ਵੇਟ ਕਰ ਦੋਗੇ, ਕੋਈ ਇਸ਼ੂ ਨਹੀਂ ਹੋਏਗਾ। ਸੋ ਤੁਸੀਂ ਪੂਰਾ ਕਲੀਅਰ ਹੋ ਕੇ ਹੀ ਫਾਰਮ ਭਰਨਾ ਵਾ। ਆਪਾਂ ਬੋਰਡ ਨੂੰ ਕੱਲ੍ਹ ਨੂੰ ਫੋਨ ਕਰਾਂਗੇ। ਤੁਸੀਂ ਵੀ, ਤੁਹਾਡਾ ਵੀ ਕੋਈ ਡਾਊਟ ਹੋਵੇ ਤੁਸੀਂ PSSB ਬੋਰਡ ਨੂੰ ਫੋਨ ਕਰਕੇ ਪੁੱਛ ਸਕਦੇ ਹੋ। ਜਦੋਂ ਵੀ ਮੈਨੂੰ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਆਏਗੀ ਤਾਂ ਮੈਂ ਤੁਹਾਨੂੰ ਇਨਫੋਰਮ ਟੈਲੀਗ੍ਰਾਮ ਦੇ ਉੱਤੇ ਕਰ ਦੇਵਾਂਗਾ, ਠੀਕ ਆ ਜੀ। ਸੋ ਇਹ ਸਾਰਾ ਕੁਝ ਇਹਨਾਂ ਨੇ ਦਿੱਤਾ ਹੋਇਆ ਵਾ, ਫਿਲਹਾਲ ਇੱਥੇ ਤੱਕ ਹੀ ਇਹ ਹੈ, ਠੀਕ ਆ ਜੀ। ਸੋ ਇਹਨਾਂ ਨੇ 18 ਤੋਂ 37 ਸਾਲ ਉਮਰ ਹੋਏਗੀ, ਹਾਲਾਂਕਿ ਇਹ 'ਤੇ ਲਿਖਿਆ ਨਹੀਂ ਹੋਏਗਾ, ਬਟ ਮੈਂ ਸ਼ੋਰ ਹਾਂ ਕਿ 18 ਤੋਂ 37 ਸਾਲ ਹੀ ਉਮਰ ਹੋਏਗੀ। ਜਿਹੜੀ ਉਮਰ ਆ 1/1/2022 ਤੋਂ ਕਾਊਂਟ ਹੋਏਗੀ, ਠੀਕ ਆ। ਸੋ ਇਹ ਸੀਗਾ ਆਪਣੀ ਅੱਜ ਦੀ। ਸੋ ਤੁਸੀਂ, ਤੁਹਾਡੇ ਲਈ ਖੁਸ਼ਖਬਰੀ ਜ਼ਰੂਰ ਹੈ। ਸੋ ਇਹਦੇ ਬਾਰੇ ਜੋ ਵੀ ਤੁਹਾਨੂੰ ਡਾਊਟ ਆ ਰਹੇ ਨੇ ਤੁਸੀਂ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ, ਠੀਕ ਹੈ ਜੀ। ਬਾਕੀ ਤੁਹਾਨੂੰ ਮੈਂ ਸਾਰਾ ਕੁਝ ਕਲੀਅਰ ਦੱਸ ਹੀ ਦਿੱਤਾ ਕਿ DCA ਤੇ PGDCA ਦੇ ਵਿੱਚ ਕੀ ਫਰਕ ਆ, ਤੇ ਜਿਹੜੀ ਗ੍ਰੈਜੂਏਸ਼ਨ ਜਿਹੜਾ ਇਹਨਾਂ ਨੇ 1 ਈਅਰ ਦਾ ਡਿਪਲੋਮਾ ਮੰਗਿਆ ਉਹ ਕਿਹਦਾ ਵੈਲਿਡ ਨਹੀਂ ਹੈਗਾ ਤੇ ਕਿਹਦਾ ਵੈਲਿਡ ਹੈਗਾ ਵਾ, ਠੀਕ ਹੈ ਜੀ। ਇੱਕ ਯੂਨੀਵਰਸਿਟੀ ਤੋਂ ਕੀਤਾ ਹੋਇਆ DCA ਵੈਲਿਡ ਹੋਏਗਾ, ਠੀਕ ਹੈ ਜੀ। ਸੋ PGDCA ਵੀ ਜਿਹਨੇ ਯੂਨੀਵਰਸਿਟੀ ਤੋਂ ਕੀਤਾ ਹੋਇਆ ਵਾ ਉਹਦਾ ਵੀ ਇਹ ਵੈਲਿਡ ਹੋਏਗਾ। ਸੋ ਧੰਨਵਾਦ ਜੀ। ਬਾਕੀ ਆਪਾਂ ਜੋ ਵੀ ਇਨਫੋਰਮੇਸ਼ਨ ਆਈ ਜਾਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ। ਸੋ ਇਹਦਾ ਸਿਲੇਬਸ ਵੀ ਮੇਰੇ ਅਕੋਰਡਿੰਗ ਅੱਜ ਰਾਤ ਤੱਕ ਜਾਂ ਕੱਲ੍ਹ ਤੱਕ ਆ ਜਾਏਗਾ, ਕਿਉਂਕਿ ਅਜੇ ਇਹਨਾਂ ਨੇ ਪੂਰਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਾ, ਠੀਕ ਹੈ। ਸੋ ਫਾਈਲ ਕਰਪਟ ਆ ਰਹੀ ਸੀ, ਸਿਰਫ ਇੰਨੀ ਫਾਈਲ ਹੀ ਡਾਊਨਲੋਡ ਹੋਈ। ਸੋ ਧੰਨਵਾਦ ਜੀ, ਆਲ ਦੀ ਬੈਸਟ। ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।